ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਮਾਂ ਬੋਲੀ। ਆਓ ਪੰਜਾਬੀ ਸਿੱਖੀਏ। ਤੇ ਪੰਜਾਬੀ ਮਾਂ ਬੋਲੀ ਇੰਨੀ ਮਿੱਠੀ ਤੇ ਪਿਆਰੀ ਬੋਲੀ ਆ ਤੇ ਅਸੀਂ ਜਿਵੇਂ ਆਪ ਬੋਲਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਬੋਲਣ। ਸਾਡੇ ਬਜ਼ੁਰਗ ਸਾਡੇ ਜਿਨ੍ਹਾਂ ਨੇ ਸਾਨੂੰ ਸਿਖਾਈ ਬੋਲਣੀ ਤੇ ਸਾਡਾ ਫਰਜ਼ ਹੈ ਅਸੀਂ ਆਪਣੇ ਬੱਚਿਆਂ ਨੂੰ ਤੇ ਇਹੀ ਅਸੀਂ ਪਿਰਤ ਆਪਣੇ ਬੱਚਿਆਂ ਦੇ ਵਿੱਚ ਪਾਈਏ ਤਾਂ ਕਿ ਪੀੜ੍ਹੀ ਦਰ ਪੀੜ੍ਹੀ ਸਾਡੀ ਮਾਂ ਬੋਲੀ ਦੀ ਇਸੇ ਤਰ੍ਹਾਂ ਹੀ ਕਹਿ ਲਓ ਵੱਧਦੀ ਫੁੱਲਦੀ ਪ੍ਰਫੁੱਲਤ ਹੁੰਦੀ ਰਹੇ। ਤੁਸੀਂ ਜਾਣਦੇ ਹੋ ਕਿ ਮਾਂ ਬੋਲੀ ਸ਼ੋਅ ਤੁਹਾਡਾ ਸਾਰਿਆਂ ਦਾ ਫੇਵਰਟ ਬਣ ਗਿਆ। ਬਹੁਤ ਸਾਰੀ ਫੀਡਬੈਕ ਆਉਂਦੀ ਹੈ, ਤੁਸੀਂ ਪਸੰਦ ਕਰਦੇ ਹੋ, ਬੱਚੇ ਵੀ ਪਸੰਦ ਕਰਦੇ ਨੇ ਤੇ ਛੋਟੀਆਂ ਜਦੋਂ ਅਸੀਂ ਤੁਹਾਡੇ ਨਾਲ ਗੇਮਸ ਖੇਲਦੇ ਆ, ਖੇਡਾਂ ਖੇਲਦੇ ਆ ਤਾਂ ਬੜਾ ਚੰਗਾ ਲੱਗਦਾ। ਸੋ ਆਓ ਅੱਜ ਦੀ ਕਲਾਸ ਵਿੱਚ ਮਹਿਕਪ੍ਰੀਤ ਕੌਰ ਧਾਲੀਵਾਲ ਕੀ ਲੈ ਕੇ ਆਏ ਨੇ ਇਹਨਾਂ ਤੋਂ ਜਾਣਦੇ ਆ। ਸੋ ਮਹਿਕਪ੍ਰੀਤ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮਹਿਕਪ੍ਰੀਤ ਜੀ, ਬਹੁਤ ਵਧੀਆ ਰਿਸਪੌਂਸ ਆ ਰਿਹਾ, ਸਾਰੇ ਬੜਾ ਪਸੰਦ ਕਰ ਰਹੇ ਆ ਸਾਡਾ ਪ੍ਰੋਗਰਾਮ ਔਰ ਵਧਾਈਆਂ ਵੀ ਭੇਜ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਉਹਨਾਂ ਨੂੰ ਦੱਸਦੇ ਹੋ, ਜੋੜ ਕੇ ਰੱਖਦੇ ਹੋ। ਸੋ ਬਹੁਤ ਸਾਰਾ ਧੰਨਵਾਦ ਸਾਰੇ ਕਰਦੇ ਆ। ਤੇ ਅੱਜ ਜਿਹੜੀ ਕਲਾਸ ਆ ਮੈਂ ਬੜਾ ਸਮਾਂ ਨਹੀਂ ਲਾਉਂਗੀ, ਮੈਂ ਚਾਹੂੰਗੀ ਕਿ ਤੁਸੀਂ ਪਹਿਲਾਂ ਕਲਾਸ ਸ਼ੁਰੂ ਕਰੋ ਤੇ ਜਿਹੜੇ ਸਰਪ੍ਰਾਈਜ਼ਸ ਆ ਨਾ, ਜਿਹੜੇ ਆਪਾਂ ਤੋਹਫੇ ਦੇਣੇ ਆ ਜਾਂ ਅੱਜ ਦੇ ਜੇਤੂ ਕੌਣ ਆ ਉਹ ਦੱਸਣਾ ਆ, ਉਹ ਅਸੀਂ ਕਲਾਸ ਤੋਂ ਬਾਅਦ ਦੱਸਦੇ ਆ। ਹਾਂਜੀ ਜ਼ਰੂਰ। ਸੋ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਪੰਜਾਬੀ 35 ਦੀ ਅਗਲੀ ਲਾਈਨ, ਆਖਰੀ ਲਾਈਨ ਸਿੱਖਣ ਜਾ ਰਹੇ ਹਾਂ। ਇਸ ਲਾਈਨ ਨੂੰ ਨਵੀਨ ਵਰਗ ਲਾਈਨ ਵੀ ਕਿਹਾ ਜਾਂਦਾ ਹੈ ਅਤੇ ਜਿਵੇਂ ਕਿ ਮੈਂ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਸੀ, ਇਸ ਲਾਈਨ ਦੇ 6 ਅੱਖਰ ਪੰਜਾਬੀ 35 ਦੇ ਵਿੱਚ ਲੇਟਰ ਔਨ ਬਾਅਦ ਦੇ ਵਿੱਚ ਐਡ ਕੀਤੇ ਗਏ ਸੀ। ਜਦੋਂ ਪੰਜਾਬੀ ਭਾਸ਼ਾ, ਪੰਜਾਬੀ ਆਲਫਾਬੈਟ ਬਣਾਈ ਗਈ ਸੀ, ਉਦੋਂ ਇਹ 6 ਅੱਖਰ ਪੰਜਾਬੀ 35 ਦਾ ਹਿੱਸਾ ਨਹੀਂ ਸਨ। ਉਦੋਂ ਸਿਰਫ 35 ਅੱਖਰ 35 ਅੱਖਰ ਸੀ ਆਲਫਾਬੈਟ ਦੇ ਵਿੱਚ, ਪਰ ਲੇਟਰ ਔਨ ਇਹ 6 ਅੱਖਰ ਐਡ ਕੀਤੇ ਗਏ। ਇਹਨਾਂ ਅੱਖਰਾਂ ਦੀਆਂ ਸਾਊਂਡਸ ਹੋਰ ਭਾਸ਼ਾਵਾਂ ਤੋਂ ਬੋਰੋ ਕੀਤੀਆਂ ਗਈਆਂ ਅਤੇ ਇਹ ਅੱਖਰ ਇਸ ਕਰਕੇ ਪੰਜਾਬੀ ਦੇ ਵਿੱਚ ਐਡ ਕੀਤੇ ਗਏ ਤਾਂ ਕਿ ਆਪਾਂ ਹੋਰ ਭਾਸ਼ਾਵਾਂ ਦੇ ਸ਼ਬਦ ਪੰਜਾਬੀ ਦੇ ਵਿੱਚ ਸਹੀ ਤਰ੍ਹਾਂ ਉਚਾਰ ਸਕੀਏ, ਸਹੀ ਤਰ੍ਹਾਂ ਲਿਖ ਸਕੀਏ ਅਤੇ ਸਹੀ ਤਰ੍ਹਾਂ ਬੋਲ ਸਕੀਏ। ਤੇ ਇੱਥੇ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਹੜੇ ਨਵੀਨ ਵਰਗ ਦੇ 6 ਅੱਖਰ ਨੇ, ਇਹ ਅੱਖਰ ਪੰਜਾਬੀ 35 ਦੇ ਓਰੀਜਨਲ 35 ਅੱਖਰਾਂ ਦੇ ਵਿੱਚੋਂ ਹੀ ਲਏ ਗਏ ਨੇ। ਬਸ ਫਰਕ ਇੰਨਾ ਹੀ ਆ ਕਿ ਆਪਾਂ ਇਹਨਾਂ ਅੱਖਰਾਂ ਦੇ ਥੱਲੇ ਇੱਕ ਬਿੰਦੀ ਜਾਂ ਇੱਕ ਡਾਟ ਲਾ ਦਿੰਦੇ ਹਾਂ ਅਤੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਕਿਵੇਂ ਇੱਕ ਛੋਟੀ ਜਿਹੀ ਬਿੰਦੀ ਲਾਉਣ ਦੇ ਨਾਲ ਇੱਕ ਸ਼ਬਦ, ਇੱਕ ਅੱਖਰ ਦਾ ਮਤਲਬ ਵੀ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਉਸ ਦੀ ਸਾਊਂਡ ਵੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਸੋ ਚਲੋ ਕਰਦੇ ਹਾਂ ਸ਼ੁਰੂਆਤ ਅਤੇ ਅੱਜ ਦੀ ਕਲਾਸ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਗਲੀ ਲਾਈਨ ਸਿੱਖਣ ਤੋਂ ਪਹਿਲਾਂ ਆਪਾਂ ਪਿਛਲੀ ਲਾਈਨ ਦਾ ਰਿਵਿਊ ਕਰਾਂਗੇ। ਜਿਹੜੇ ਅੱਖਰ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਸਿੱਖੇ ਸੀ ਉਹਨਾਂ ਦਾ ਅਭਿਆਸ ਕਰਾਂਗੇ ਅਤੇ ਮੇਰੇ ਕੋਲ ਤੁਹਾਡੇ ਸਾਰਿਆਂ ਲਈ ਇੱਕ ਛੋਟੀ ਜਿਹੀ ਗੇਮ ਹੈਗੀ ਹੈ ਜਿਹੜੀ ਕਿ ਆਪਾਂ ਖੇਡਣ ਜਾ ਰਹੇ ਹਾਂ। ਸੋ ਗੇਮ ਆਪਾਂ ਪਹਿਲਾਂ ਖੇਡ ਚੁੱਕੇ ਹਾਂ। ਗੇਮ ਇਹ ਆ ਕਿ ਪਿਛਲੇ ਹਫ਼ਤੇ ਜਿਹੜੇ ਆਪਾਂ 5 ਅੱਖਰ ਸਿੱਖੇ ਸੀ ਉਹਨਾਂ ਨੂੰ ਮੈਂ ਅੱਜ ਬੋਲੂੰਗੀ ਰੈਂਡਮ ਆਰਡਰ ਦੇ ਵਿੱਚ ਤੇ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨੀ ਆ। ਐਟ ਦੀ ਐਂਡ ਇਹ 5 ਅੱਖਰ ਤੁਹਾਡੇ ਸਕਰੀਨ ਦੇ ਉੱਤੇ ਆਉਣਗੇ ਤੇ ਤੁਸੀਂ ਆਪਣੇ ਵਰਕ ਨੂੰ ਮਾਰਕ ਕਰ ਸਕਦੇ ਹੋ। ਸੋ ਚਲੋ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾ ਅੱਖਰ ਹੈ ਵਾਵਾ। ਸੋ ਮੈਂ ਚਾਹੁੰਦੀ ਹਾਂ ਕਿ ਸਾਰੇ ਵਿਦਿਆਰਥੀ ਵਾਵਾ ਅੱਖਰ ਆਪਣੀਆਂ ਨੋਟਬੁੱਕਸ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨ। ਵਾਵਾ, ਵਾਵੇ ਦੀ ਸਾਊਂਡ ਹੁੰਦੀ ਹੈ ਵ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ V ਦੀ ਹੁੰਦੀ ਹੈ। ਵਾਵੇ ਤੋਂ ਸ਼ੁਰੂ ਹੁੰਦਾ ਹੈ ਵਜ਼ੀਰ which means minister। ਵਾਵਾ। ਵਾਵੇ ਤੋਂ ਬਾਅਦ ਆਪਾਂ ਲਿਖਾਂਗੇ ਅੱਖਰ ਯਈਆ। ਯਈਏ ਦੀ ਸਾਊਂਡ ਹੁੰਦੀ ਹੈ य, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ Y ਅੱਖਰ ਦੀ ਸਾਊਂਡ ਹੁੰਦੀ ਹੈ ਅਤੇ ਯਈਏ ਤੋਂ ਸ਼ੁਰੂ ਹੁੰਦਾ ਹੈ ਯਕੀਨ trust। ਅਗਲਾ ਅੱਖਰ ਹੈ ਰਾੜਾ। ਰਾੜੇ ਦੀ ਸਾਊਂਡ ਹੁੰਦੀ ਹੈ ਰ ਅਤੇ ਇੰਗਲਿਸ਼ ਦੇ ਵਿੱਚ ਰਾੜੇ ਅੱਖਰ ਦੀ ਸਾਊਂਡ ਨਾਲ ਕੋਈ ਮਿਲਦੀ ਜੁਲਦੀ ਸਾਊਂਡ ਆਪਾਂ ਨੂੰ ਨਹੀਂ ਮਿਲਦੀ। ਇਹ ਅੱਖਰ, ਇਹ ਸਾਊਂਡ ਪੰਜਾਬੀ ਨੂੰ ਯੂਨੀਕ ਆ, ਰਾੜਾ। ਤੇ ਇੱਥੇ ਮੈਂ ਚਾਹੁੰਦੀ ਹਾਂ ਕਿ ਸਾਰੇ ਹੀ ਵਿਦਿਆਰਥੀ ਇਸ ਅੱਖਰ ਨੂੰ ਖਾਸ ਕਰਕੇ ਧਿਆਨ ਨਾਲ ਸੋਚ ਕੇ ਲਿਖਣ ਦੀ ਕੋਸ਼ਿਸ਼ ਕਰਨ ਕਿਉਂਕਿ ਅਕਸਰ ਬੱਚੇ ਰਾੜਾ ਅਤੇ ਰਾੜੇ ਅੱਖਰਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ। ਸੋ ਅੱਖਰ ਹੈ ਰਾੜਾ, ਰਾੜਾ। ਰਾੜੇ ਤੋਂ ਬਾਅਦ ਆਪਾਂ ਲਿਖਾਂਗੇ ਅੱਖਰ ਲੱਲਾ। ਲੱਲੇ ਦੀ ਸਾਊਂਡ ਹੁੰਦੀ ਹੈ ਲ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ L ਦੀ ਸਾਊਂਡ ਹੁੰਦੀ ਹੈ। ਲੱਲੇ ਤੋਂ ਸ਼ੁਰੂ ਹੁੰਦਾ ਹੈ ਲੱਡੂ। ਆਖਰੀ ਅੱਖਰ ਹੈ ਰਾਰਾ। ਰਾਰੇ ਦੀ ਸਾਊਂਡ ਹੁੰਦੀ ਹੈ ਰ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ R ਦੀ ਹੁੰਦੀ ਹੈ। ਰਾਰੇ ਤੋਂ ਸ਼ੁਰੂ ਹੁੰਦਾ ਹੈ ਰੰਗ ਕਲਰ। ਸੋ ਮੈਂ 5 ਅੱਖਰਾਂ ਨੂੰ ਇੱਕ ਵਾਰੀ ਫੇਰ ਬੋਲਦੀ ਹਾਂ। ਪਹਿਲਾ ਅੱਖਰ ਸੀ ਵਾਵਾ, ਫਿਰ ਯਈਆ, ਦੈਨ ਰਾੜਾ, ਫਿਰ ਲੱਲਾ ਤੇ ਆਖਰੀ ਅੱਖਰ ਸੀ
ਰਾਰਾ। ਹੁਣ ਤੁਹਾਡੀ ਸਕਰੀਨ ਦੇ ਉੱਤੇ ਇਹ 5 ਅੱਖਰ ਆਉਣਗੇ, ਤੁਸੀਂ ਆਪਣੇ ਵਰਕ ਨੂੰ ਮਾਰਕ ਕਰ ਸਕਦੇ ਹੋ, ਦੇਖ ਸਕਦੇ ਹੋ ਤੁਸੀਂ ਕਿੰਨੇ ਅੱਖਰ ਸਹੀ ਲਿਖਿਆ, ਕਿੰਨੇ ਗਲਤ ਲਿਖਿਆ, ਅਤੇ ਬਹੁਤ ਹੀ ਜ਼ਰੂਰੀ ਹੁੰਦਾ ਆ ਕਿ ਆਪਾਂ ਆਪਣੀਆਂ ਗਲਤੀਆਂ ਨੂੰ ਸੁਧਾਰੀਏ। ਸੋ ਮੇਕ ਸ਼ੋਰ ਜੇ ਤੁਹਾਡਾ ਇੱਕ ਅੱਧਾ ਅੱਖਰ ਕੋਈ ਗਲਤ ਵੀ ਹੋ ਗਿਆ ਹੋਵੇ, ਤੁਸੀਂ ਉਸ ਗਲਤੀ ਨੂੰ ਸੁਧਾਰੋ। ਮੇਕ ਸ਼ੋਰ ਯੂ ਰਾਈਟ ਦ ਕਰੈਕਟ ਆਨਸਰ ਡਾਊਨ ਐਜ਼ ਵੈਲ। ਸੋ ਇਹ ਸੀ ਪੰਜਾਬੀ 35 ਦੀ 7ਵੀਂ ਲਾਈਨ ਜਿਹੜੀ ਕਿ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਸਿੱਖੀ ਸੀ। ਆਓ ਹੁਣ ਆਪਾਂ 8ਵੀਂ ਲਾਈਨ, ਆਖਰੀ ਲਾਈਨ ਸਿੱਖਣ ਵੱਲ ਵਧਦੇ ਹਾਂ। ਸੋ ਪੰਜਾਬੀ 35 ਦੀ ਆਖਰੀ ਲਾਈਨ ਦਾ ਪਹਿਲਾ ਅੱਖਰ ਹੈ ਸੱਸੇ ਪੈਰ ਬਿੰਦੀ। ਸੋ ਇਹ ਅੱਖਰ ਕਿਹੜਾ ਹੈ? ਇਹ ਅੱਖਰ ਹੈ ਸੱਸਾ, ਅਤੇ ਉਸ ਦੇ ਪੈਰ ਦੇ ਵਿੱਚ ਉਸ ਦੇ ਹੇਠਾਂ ਇੱਕ ਬਿੰਦੀ ਲਾਈ ਜਾਂਦੀ ਹੈ, ਤੇ ਇਹ ਬਣ ਜਾਂਦਾ ਹੈ ਸੱਸੇ ਪੈਰ ਬਿੰਦੀ। ਸੱਸੇ ਪੈਰ ਬਿੰਦੀ ਅੱਖਰ ਦੀ ਸਾਊਂਡ ਕੀ ਹੁੰਦੀ ਹੈ? ਸੋ ਸੱਸੇ ਪੈਰ ਬਿੰਦੀ ਅੱਖਰ ਦੀ ਸਾਊਂਡ ਹੁੰਦੀ ਹੈ ਸ਼, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ S and H ਦੀ ਕੰਬਾਈਨਡ ਸਾਊਂਡ ਹੁੰਦੀ ਹੈ। ਸੋ ਸੱਸੇ ਪੈਰ ਬਿੰਦੀ ਸ਼ਾ ਬੋਲੇ। ਸੋ ਇੱਥੇ ਆਪਾਂ ਨੂੰ ਸੱਸੇ ਅੱਖਰ ਦੀ ਸਾਊਂਡ ਅਤੇ ਸੱਸੇ ਪੈਰ ਬਿੰਦੀ ਅੱਖਰ ਦੀ ਸਾਊਂਡ ਦੇ ਵਿੱਚ ਫਰਕ ਜਾਂ ਡਿਫਰੈਂਸ ਈਜ਼ੀਲੀ ਪਤਾ ਲੱਗ ਜਾਂਦਾ, ਆਪਾਂ ਈਜ਼ੀਲੀ ਡਿਫਰੈਂਸ ਸਪੌਟ ਕਰ ਸਕਦੇ ਹਾਂ। ਸੋ ਸੱਸੇ ਅੱਖਰ ਦੀ ਸਾਊਂਡ ਹੁੰਦੀ ਹੈ ਸ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ S ਦੀ ਸਾਊਂਡ ਹੁੰਦੀ ਹੈ, ਪਰ ਸੱਸੇ ਪੈਰ ਬਿੰਦੀ ਅੱਖਰ ਦੀ ਸਾਊਂਡ ਹੁੰਦੀ ਹੈ ਸ਼, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ S and H ਦੀ ਕੰਬਾਈਨਡ ਸਾਊਂਡ ਹੁੰਦੀ ਹੈ। ਸੱਸੇ ਪੈਰ ਬਿੰਦੀ ਅੱਖਰ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ੁਰੂ ਹੁੰਦਾ ਹੈ ਸ਼ੇਰ। ਸੋ ਸ਼ੇਰ ਇਜ਼ ਅ ਲਾਇਨ, ਅਤੇ ਇੱਥੇ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਜੇ ਸੱਸੇ ਪੈਰ ਬਿੰਦੀ ਦੀ ਜਗ੍ਹਾ ਸੱਸਾ ਹੁੰਦਾ ਤਾਂ ਸ਼ਬਦ ਬਣ ਜਾਣਾ ਸੀ ਸ਼ੇਰ, ਪਰ ਸ਼ਬਦ ਹੈ ਸ਼ੇਰ ਕਿਉਂਕਿ ਸੱਸੇ ਦੇ ਪੈਰ ਦੇ ਵਿੱਚ ਇੱਕ ਬਿੰਦੀ ਪਾਈ ਜਾਂਦੀ ਹੈ। ਅਗਲਾ ਸ਼ਬਦ ਹੈ ਸ਼ਹਿਦ। ਸ਼ਹਿਦ ਇਜ਼ ਹਨੀ, ਤੇ ਸ਼ਹਿਦ ਸ਼ਬਦ ਦੇ ਵਿੱਚ ਵੀ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਬਿਗਿਨਿੰਗ ਦੇ ਵਿੱਚ ਸੱਸੇ ਪੈਰ ਬਿੰਦੀ ਅੱਖਰ ਦੀ ਸਾਊਂਡ ਸੁਣਾਈ ਦਿੰਦੀ ਹੈ। ਅਤੇ ਮੇਰਾ ਆਖਰੀ ਐਗਜ਼ਾਮਪਲ ਹੈ ਸ਼ਲਗਮ। Shalgam is turnip in English, and when we say the word shalgam, we hear the sh sound in the beginning of the word for the letter sase pair bindi. So ਇਹ ਤਾਂ ਹੋਗੀ ਸੱਸੇ ਪੈਰ ਬਿੰਦੀ ਦੀ ਸਾਊਂਡ। ਆਓ ਦੇਖਦੇ ਹਾਂ ਕਿ ਸੱਸੇ ਪੈਰ ਬਿੰਦੀ ਅੱਖਰ ਲਿਖਿਆ ਕਿਵੇਂ ਜਾਂਦਾ ਹੈ। ਸੋ ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਸੱਸੇ ਪੈਰ ਬਿੰਦੀ ਅੱਖਰ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਸੱਸਾ ਅੱਖਰ ਬਣਾਵਾਂਗੇ, ਫਿਰ ਉਸ ਦੇ ਪੈਰ ਦੇ ਵਿੱਚ ਉਸ ਦੇ ਹੇਠਾਂ ਆਪਾਂ ਇੱਕ ਬਿੰਦੀ ਜਾਂ ਇੱਕ ਡਾਟ ਲਾਵਾਂਗੇ। So to draw the letter sassa, start off with a straight horizontal line because the letter is closed from the top. Then put your pencil towards the left-hand side of this line and make a line that goes down. Turn this line back up and bring it towards the middle. And here, attach a line that goes straight down. So you're basically just making the letter sassa. And your last step is to add a dot or a bindi in the middle of this letter at the bottom. ਤੇ ਇਹ ਬਣ ਗਿਆ ਸੱਸੇ ਪੈਰ ਬਿੰਦੀ ਅੱਖਰ। ਸੋ ਇੱਥੇ ਮੈਂ ਸਾਰਿਆਂ ਨੂੰ ਯਾਦ ਦਿਲਾ ਦੇਵਾਂ ਕਿ ਸੱਸੇ ਪੈਰ ਬਿੰਦੀ ਅੱਖਰ ਦੀ ਸਾਊਂਡ ਹੁੰਦੀ ਹੈ ਸ਼, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ S and H ਦੀ ਕੰਬਾਈਨਡ ਸਾਊਂਡ ਹੁੰਦੀ ਹੈ। ਅਗਲਾ ਅੱਖਰ ਹੈ ਖੱਖਾ। ਸੋ ਖੱਖੇ ਪੈਰ ਬਿੰਦੀ ਤੇ ਖੱਖੇ ਪੈਰ ਬਿੰਦੀ ਦੀ ਸਾਊਂਡ ਹੁੰਦੀ ਹੈ ਖ, ਤੇ ਇਸ ਅੱਖਰ ਦੀ ਸਾਊਂਡ ਖੱਖੇ ਪੈਰ ਬਿੰਦੀ ਦੀ ਸਾਊਂਡ ਤੇ ਖੱਖੇ ਦੀ ਸਾਊਂਡ ਦੇ ਵਿੱਚ ਡਿਫਰੈਂਸ ਨੋਟ ਕਰਨਾ ਕਈ ਵਾਰੀ ਥੋੜਾ ਜਿਹਾ ਔਖਾ ਹੋ ਜਾਂਦਾ, ਪਰ ਖੱਖੇ ਪੈਰ ਬਿੰਦੀ ਅੱਖਰ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਜ਼ੋਰ ਜ਼ਿਆਦਾ ਦੇਣਾ ਪੈਂਦਾ ਹੈ ਵਰਸਸ ਖੱਖੇ ਅੱਖਰ ਦੇ ਵਿੱਚ। ਸੋ ਖੱਖੇ ਦੀ ਸਾਊਂਡ ਹੁੰਦੀ ਹੈ ਖ, ਪਰ ਖੱਖੇ ਪੈਰ ਬਿੰਦੀ ਦੀ ਹੁੰਦੀ ਹੈ ਖ। ਸੋ ਥੋੜਾ ਜਿਹਾ ਜ਼ੋਰ, ਥੋੜਾ ਜਿਹਾ ਐਮਫੈਸਿਸ ਦੇਣਾ ਪੈਂਦਾ ਹੈ ਤੁਹਾਨੂੰ ਖੱਖੇ ਪੈਰ ਬਿੰਦੀ ਅੱਖਰ ਤੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਇਸ ਅੱਖਰ ਦੀ ਸਾਊਂਡ ਨੂੰ ਜਦੋਂ ਆਪਾਂ ਇੰਗਲਿਸ਼ ਦੇ ਵਿੱਚ ਕੰਪੇਅਰ ਕਰਦੇ ਹਾਂ ਤਾਂ ਇਹ ਲੈਟਰਸ H, K and A ਦੀ ਕੰਬਾਈਨਡ ਸਾਊਂਡ ਦੇ ਨਾਲ ਮਿਲਦੀ ਆ। ਤੇ ਖੱਖੇ ਪੈਰ ਬਿੰਦੀ ਅੱਖਰ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ੁਰੂ ਹੁੰਦਾ ਹੈ ਖਰਗੋਸ਼। ਸੋ ਖਰਗੋਸ਼ ਇਜ਼ ਅ ਰੈਬਿਟ, ਤੇ ਖਰਗੋਸ਼ ਜਦੋਂ ਆਪਾਂ ਸ਼ਬਦ ਬੋਲਦੇ ਹਾਂ ਆਪਾਂ ਨੂੰ ਬਿਗਿਨਿੰਗ ਵਿੱਚ ਖ ਸਾਊਂਡ ਖੱਖੇ ਪੈਰ ਬਿੰਦੀ ਅੱਖਰ ਦੀ ਸੁਣਾਈ ਦਿੰਦੀ ਆ। ਅਗਲਾ ਅੱਖਰ ਹੈ ਖਿਆਲ। ਖਿਆਲ ਇਜ਼ ਥਾਟ, ਤੇ ਖਿਆਲ ਸ਼ਬਦ ਦੇ ਵਿੱਚ ਵੀ ਆਪਾਂ ਨੂੰ ਖੱਖੇ ਪੈਰ ਬਿੰਦੀ ਦੀ ਖ ਸਾਊਂਡ ਬਿਗਿਨਿੰਗ ਦੇ ਵਿੱਚ ਸੁਣਾਈ ਦਿੰਦੀ ਹੈ। ਆਖਰੀ ਸ਼ਬਦ ਹੈ ਖਤਰਨਾਕ, ਤੇ ਜਦੋਂ ਆਪਾਂ ਖਤਰਨਾਕ ਬੋਲਦੇ ਹਾਂ ਆਪਾਂ ਨੂੰ ਬਿਗਿਨਿੰਗ ਦੇ ਵਿੱਚ ਖ ਸਾਊਂਡ ਖੱਖੇ ਪੈਰ ਬਿੰਦੀ ਅੱਖਰ ਦੀ ਸੁਣਾਈ ਦਿੰਦੀ ਹੈ। So when we say the word ਖਤਰਨਾਕ or ਖਰਗੋਸ਼ or ਖਿਆਲ, we hear the ਖ sound for the letter ਖੱਖੇ ਪੈਰ ਬਿੰਦੀ। ਸੋ ਇਹ ਤਾਂ ਹੋਗੀ ਖੱਖੇ ਪੈਰ ਬਿੰਦੀ ਅੱਖਰ ਦੀ ਸਾਊਂਡ। ਆਓ ਦੇਖਦੇ ਹਾਂ ਕਿ ਇਹ ਅੱਖਰ ਲਿਖਿਆ ਕਿਵੇਂ ਜਾਂਦਾ ਹੈ। ਸੋ ਸੱਸੇ ਪੈਰ ਬਿੰਦੀ ਦੇ ਵਾਂਗ ਹੀ ਖੱਖੇ ਪੈਰ ਬਿੰਦੀ ਦੇ ਲਈ ਵੀ ਆਪਾਂ ਪਹਿਲਾਂ ਖੱਖਾ ਅੱਖਰ ਬਣਾਵਾਂਗੇ, ਫਿਰ ਉਸ ਦੇ ਪੈਰ ਦੇ ਵਿੱਚ ਬਾਟਮ ਲੈਫਟ ਹੈਂਡ ਸਾਈਡ ਕੋਰਨਰ ਦੇ ਵਿੱਚ ਆਪਾਂ ਇੱਕ ਛੋਟੀ ਜੀ ਬਿੰਦੀ ਜਾਂ ਡਾਟ ਐਡ ਕਰ ਦੇਵਾਂਗੇ, ਤੇ ਇਹ ਬਣ ਗਿਆ ਅੱਖਰ ਖੱਖੇ ਪੈਰ ਬਿੰਦੀ। So first draw the letter khakha. Start off with a small straight horizontal line because this letter is open from the top. Then make a curved line that goes out towards the left. Right beneath this, make a half circle shape going towards the right. And here we're going to attach a line that goes straight down.
Next, add a small horizontal line at the end of the shape as well. Then make a line in the middle of the shape going from left to right. Your very last step is to add a small dot or a bindi at the bottom left of the shape to make the letter ਖੱਖੇ ਪੈਰ ਬਿੰਦੀ ਤੇ ਇੱਥੇ ਮੈਂ ਸਾਰਿਆਂ ਨੂੰ ਯਾਦ ਦਿਲਾ ਦਵਾਂ ਖੱਖੇ ਪੈਰ ਬਿੰਦੀ ਅੱਖਰ ਦੀ ਸਾਊਂਡ ਹੁੰਦੀ ਹੈ ਖ ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ H K and A ਦੀ ਕੰਬਾਈਨਡ ਸਾਊਂਡ ਹੁੰਦੀ ਹੈ ਅਗਲਾ ਅੱਖਰ ਹੈ ਗੱਗੇ ਪੈਰ ਬਿੰਦੀ ਸੋ ਗੱਗੇ ਪੈਰ ਬਿੰਦੀ ਦੀ ਸਾਊਂਡ ਹੁੰਦੀ ਹੈ ਗ ਐਂਡ ਅਗੇਨ ਇਸ ਅੱਖਰ ਦੇ ਵਿੱਚ ਵੀ ਤੁਹਾਨੂੰ ਥੋੜਾ ਜਿਹਾ ਗੱਗੇ ਨਾਲੋਂ ਵੱਧ ਐਮਫੈਸਿਸ ਦੇਣਾ ਪੈਂਦਾ ਹੈ ਥੋੜਾ ਜਿਹਾ ਵੱਧ ਜ਼ੋਰ ਦੇਣਾ ਪੈਂਦਾ ਹੈ ਗੱਗੇ ਪੈਰ ਬਿੰਦੀ ਦੀ ਸਾਊਂਡ ਕ੍ਰੀਏਟ ਕਰਨ ਲਈ ਸੋ ਗੱਗੇ ਪੈਰ ਬਿੰਦੀ ਦੀ ਸਾਊਂਡ ਹੁੰਦੀ ਹੈ ਗ ਤੇ ਸਭ ਤੋਂ ਪਹਿਲਾਂ ਤਾਂ ਗੱਗੇ ਪੈਰ ਬਿੰਦੀ ਅੱਖਰ ਦੇ ਨਾਲ ਸ਼ੁਰੂ ਹੁੰਦਾ ਹੈ ਗਰੀਬ ਗਰੀਬ ਮੀਨਸ ਪੂਅਰ ਤੇ ਜਦੋਂ ਆਪਾਂ ਗਰੀਬ ਬੋਲਦੇ ਆ ਆਪਾਂ ਨੂੰ ਸ਼ੁਰੂਆਤ ਵਿੱਚ ਗ ਸਾਊਂਡ ਗੱਗੇ ਪੈਰ ਬਿੰਦੀ ਅੱਖਰ ਦੀ ਸੁਣਾਈ ਦਿੰਦੀ ਹੈ अगला शब्द है गलती गलती इज मिस्टेक ते जो आप गलती शब्द बोलते हैं अपने शुरुआत में ग साउंड गगे पै बिंदी अखर की फिर सुनाई देती है ते मेरा आखिरी एग्जाम्पल है गज़ल सो गज़ल एक्चुअली उर्दू का शब्द है जिसनों पंजाबी दे विच भी वरत्या जाता है ते जो आप इस शब्द नूं प्रोनाउंस करते हैं अपन बिगिनिंग दे विच ग साउंड गगे पै बिंदी अखर की सुनाई देती है सो इतना कि गगे पैर बिंदी अखर की साउंड ग आओ देखते हैं कि गगे पैर बिंदी अखर लिखिया किवें जांदा है ते अगेन पहला तो आप गग्गा अखर बनावांगे फिर उसके पैर दे विच आप एक बिंदी ऐड कर देवांगे सो टू मेक द लेटर गग्गा start off with a straight horizontal line because the letter is close from the top. Then towards the left hand side of this line, make a shape that looks like the letter Rara. So make a line that goes straight down, turn it towards the left and bring it towards the middle and attach it to itself. Then towards the right hand side of this shape, make a line that goes vertically down. So you've made the letter Gagga now. Your last step is to add a small dot or a bindi in the bottom left corner of this shape. Te eh ban gaya akhar Gagge pair bindi. अगला अखर है जज्जे पैर बिंदी सो जज्जे पैर बिंदी अखर की की साउंड हुंदी है इस अखर की साउंड हुंदी है ज जिवें कि इंग्लिश दे विच लैटर Z दी साउंड हुंदी है जां Z दी साउंड हुंदी है ज ते जज्जे पैर बिंदी दे नाल सब तो पहला तो शुरू हुंदा है जिंदगी शब्द सो जिंदगी इज लाइफ इन इंग्लिश ते जदों ਆਪਾਂ ਜ਼ਿੰਦਗੀ ਬੋਲਦੇ ਆ ਆਪਾਂ ਨੂੰ ਬਿਗਿਨਿੰਗ ਦੇ ਵਿੱਚ ਜ਼ ਸਾਊਂਡ ਜ਼ਜ਼ੇ ਪੈਰ ਬਿੰਦੀ ਅੱਖਰ ਦੀ ਸੁਣਾਈ ਦਿੰਦੀ ਹੈ ਜੇ ਤਾਂ ਇਸ ਦੇ ਬਿਗਿਨਿੰਗ ਦੇ ਵਿੱਚ ਜੱਜਾ ਅੱਖਰ ਲੱਗਦਾ ਤਾਂ ਸ਼ਬਦ ਬਣਨਾ ਸੀ ਜ਼ਿੰਦਗੀ ਪਰ ਜੱਜੇ ਪੈਰ ਬਿੰਦੀ ਅੱਖਰ ਲੱਗਦਾ ਹੈ ਇਸ ਲਈ ਸ਼ਬਦ ਬਣਦਾ ਹੈ ਜ਼ਿੰਦਗੀ ਵਿਦ ਅ ਜ਼ ਸਾਊਂਡ ਅਗਲਾ ਸ਼ਬਦ ਹੈ कमीज सो कमीज शब्द जज्जे पैर बिंदी दे नाल शुरू तो नहीं हुंदा पर जज्जे पैर बिंदी अखर इस दे विच वरत्या जांदा है कमीज तुहानू एंड दे उत्ते ज साउंड जज्जे पैर बिंदी अखर दी सुनाई दिंदी है ते आखिरी शब्द है नज़र नज़र शब्द भी जज्जे पैर बिंदी अखर दे नाल शुरू तो नहीं हुंदा पर इस दे विचाले जज्जे पैर बिंदी अखर वरत्या जांदा है नज़र एंड नज़र मीन्स साइट सो जिंदगी कमीज एंड नज़र इन्हां शब्दां दे विच जज्जे पैर बिंदी अखर वरत्या जांदा है सो आओ हुण देखते हैं कि जज्जे पैर बिंदी अखर नूं लिखिया किवें जांदा है ते हुण तक तो तुसीं गैस ही कर चुके होवोगे कि जज्जे पैर बिंदी अखर नूं लिखिया किवें जांदा है सब तो पहलां तां आपां जज्जा अखर बनाउणा है ते उस दे पैर दे विच आपां एक बिंदी ऐड कर देनी है सो टू ड्रा द लेटर जज्जा start off with a straight horizontal line because the letter is close from the top then put your pencil towards the right hand side of this line and make a line that goes down. Then go to the middle of this vertical line and make a line that goes out horizontally towards the left. Here make a loop or a circle out of it and bring it back down. Your last step is to add a small dot or a bindi in the middle of this letter. And there you have it, the letter जज्जे पैर बिंदी ते जज्जे पैर बिंदी अखर दी साउंड की हुंदी है इस अखर दी साउंड हुंदी है ज जिवें कि इंग्लिश दे विच लैटर Z दी साउंड हुंदी है अगला अखर है फफे पैर बिंदी सो फफे पैर बिंदी अखर दी साउंड हुंदी है फ ते इस अखर दे विच भी तुहानू थोड़ा जिहा एम्फेसिस तुहानू थोड़ा जिहा जोर वध देना पैंदा है ताकि आपां इस अखर दी साउंड ते फफे अखर दी साउंड दे विच फर्क कर सकीए ते फफे पैर बिंदी अखर दे नाल सब तो पहला तो शुरू हुंदा है फरीद सो बाबा फरीद वाज अ वेरी फेमस सेंट ऑफ द 12th century उन्हां दी बाणी उन्हां दे हिम्स गुरु ग्रंथ साहिब दे विच भी इंक्लूडेड ने ते जदों आपां फरीद शब्द बोलदे आ आपां ने शुरुआत दे विच फफे पैर बिंदी अखर दी फ साउंड सुनाई दिंदी है ते इस साउंड दे उत्ते आपां नूं थोड़ा जिहा एम्फेसिस थोड़ा जिहा
ਜ਼ੋਰ ਵੱਧ ਦੇਣਾ ਪੈਂਦਾ ਹੈ। ਅਗਲਾ ਸ਼ਬਦ ਹੈ ਤੂਫਾਨ। ਸੋ ਤੂਫਾਨ ਸ਼ਬਦ ਫੱਫੇ ਪੈ ਬਿੰਦੀ ਅੱਖਰ ਦੇ ਨਾਲ ਸ਼ੁਰੂ ਤਾਂ ਨਹੀਂ ਹੁੰਦਾ, ਪਰ ਇਸ ਦੇ ਵਿੱਚ ਫੱਫੇ ਪੈ ਬਿੰਦੀ ਅੱਖਰ ਵਰਤਿਆ ਜਾਂਦਾ ਹੈ ਅਤੇ ਤੂਫਾਨ ਸ਼ਬਦ ਦਾ ਮਤਲਬ ਹੁੰਦਾ ਹੈ ਸਟੋਰਮ ਇਨ ਇੰਗਲਿਸ਼। ਤੇ ਆਖਰੀ ਐਗਜ਼ਾਮਪਲ ਹੈ ਅਫਰੀਕਾ। ਸੋ ਅਫਰੀਕਾ ਨੂੰ ਇੰਗਲਿਸ਼ ਦੇ ਵਿੱਚ ਅਫਰੀਕਾ ਕਿਹਾ ਜਾਂਦਾ ਹੈ, ਇਟਸ ਅ ਕੰਟੀਨੈਂਟ। ਤੇ ਅਫਰੀਕਾ ਸ਼ਬਦ ਦੇ ਵਿੱਚ ਵੀ ਫੱਫੇ ਪੈਰ ਬਿੰਦੀ ਅੱਖਰ ਵਰਤਿਆ ਜਾਂਦਾ ਹੈ। ਆਓ ਦੇਖਦੇ ਹਾਂ ਕਿ ਫੱਫੇ ਪੈਰ ਬਿੰਦੀ ਅੱਖਰ ਲਿਖਿਆ ਕਿਵੇਂ ਜਾਂਦਾ ਹੈ। ਅਗੇਨ ਪਹਿਲਾਂ ਤਾਂ ਆਪਾਂ ਫੱਫਾ ਅੱਖਰ ਬਣਾਵਾਂਗੇ ਤੇ ਫਿਰ ਉਸ ਦੇ ਪੈਰ ਦੇ ਵਿੱਚ ਬਾਟਮ ਲੈਫਟ ਹੈਂਡ ਕੋਰਨਰ ਦੇ ਵਿੱਚ ਇੱਕ ਛੋਟੀ ਜਿਹੀ ਬਿੰਦੀ, ਇੱਕ ਛੋਟੀ ਜਿਹੀ ਡਾਟ ਐਡ ਕਰ ਦੇਵਾਂਗੇ। ਸੋ ਸਟਾਰਟ ਆਫ ਬਾਈ drawing the letter ਫੱਫਾ, make a straight horizontal line, and towards the right hand side of this line make a small vertical line that goes down. Beneath this line make a shape that looks like the letter C, then turn that line inwards and attach it to itself. Your last step is to add a small dot or a small bindi in the bottom left hand side corner of this shape. ਤੇ ਇਹ ਬਣ ਗਿਆ ਅੱਖਰ ਫੱਫੇ ਪੈਰ ਬਿੰਦੀ। ਨਵੀਨ ਵਰਗ ਲਾਈਨ ਦਾ ਆਖਰੀ ਅੱਖਰ ਹੈ ਲੱਲੇ ਪੈਰ ਬਿੰਦੀ। ਸੋ ਲੱਲੇ ਪੈਰ ਬਿੰਦੀ ਅੱਖਰ ਦੀ ਸਾਊਂਡ ਹੁੰਦੀ ਹੈ ਲ ਲ। ਅੱਛਾ, ਤੇ ਇਸ ਅੱਖਰ ਦੀ ਸਾਊਂਡ ਦੇ ਵਿੱਚ ਵੀ ਤੁਹਾਨੂੰ ਥੋੜੀ ਜਿਹੀ ਐਮਫੈਸਿਸ, ਥੋੜਾ ਜਿਹਾ ਜ਼ੋਰ ਵੱਧ ਦੇਣਾ ਪੈਂਦਾ ਕੰਪੇਅਰ ਟੂ ਦ ਸਾਊਂਡ ਆਫ ਦ ਲੈਟਰ ਲੱਲਾ। ਤੇ ਲੱਲੇ ਪੈਰ ਬਿੰਦੀ ਅੱਖਰ ਸ਼ਬਦ ਬਾਲ ਦੇ ਵਿੱਚ ਵਰਤਿਆ ਜਾਂਦਾ ਹੈ। ਬਾਲ ਮੀਨਸ ਟੂ ਬਰਨ। ਤੇ ਇੱਥੇ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਬੱਬੇ ਨੂੰ ਕੰਨਾ ਲੱਲੇ ਪੈਰ ਬਿੰਦੀ ਬਣ ਜਾਂਦਾ ਹੈ ਬਾਲ, which means to burn। ਪਰ ਜੇ ਆਪਾਂ ਬਿੰਦੀ ਹਟਾ ਦਈਏ ਤੇ ਲਿਖੀਏ ਬੱਬੇ ਨੂੰ ਕੰਨਾ ਲੱਲਾ ਤਾਂ ਬਣ ਜੂਗਾ ਸ਼ਬਦ ਬਾਲ, which is child। ਸੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇੱਕ ਛੋਟੀ ਜਿਹੀ ਬਿੰਦੀ ਲਾਉਣ ਦੇ ਨਾਲ ਸਿਰਫ ਉਸ ਅੱਖਰ ਦੀ ਸਾਊਂਡ ਹੀ ਨਹੀਂ ਪਰ ਪੂਰੇ ਸ਼ਬਦ ਦਾ ਮਤਲਬ ਵੀ ਬਦਲ ਸਕਦਾ ਹੈ। ਸੋ ਬੱਬੇ ਨੂੰ ਕੰਨਾ ਲੱਲੇ ਪੈਰ ਬਿੰਦੀ ਬਾਲ to burn ਤੇ ਬੱਬੇ ਨੂੰ ਕੰਨਾ ਲੱਲਾ is ਬਾਲ, child। ਅਜਿਹਾ ਹੀ ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਜਾ ਰਹੀ ਹਾਂ। ਗੱਗਾ ਲੱਲਾ ਗੱਲ, which means to talk, ਗੱਲ ਕਰਨੀ। ਤੇ ਗੱਗਾ ਲੱਲੇ ਦੇ ਪੈਰ ਬਿੰਦੀ is ਗਲ, which is decompose। ਜਦੋਂ ਕੋਈ ਵੀ ਚੀਜ਼ ਗਲ ਜਾਂਦੀ ਹੈ, decompose ਹੋ ਜਾਂਦੀ ਹੈ। ਤੇ ਇਸ ਐਗਜ਼ਾਮਪਲ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਇੱਕ ਛੋਟੀ ਜਿਹੀ ਬਿੰਦੀ ਲਾਉਣ ਦੇ ਨਾਲ ਪੂਰੇ ਸ਼ਬਦ ਦਾ ਮੀਨਿੰਗ ਬਦਲ ਜਾਂਦਾ ਹੈ। ਆਓ ਦੇਖਦੇ ਹਾਂ ਕਿ ਲੱਲੇ ਪੈਰ ਬਿੰਦੀ ਅੱਖਰ ਲਿਖਿਆ ਕਿਵੇਂ ਜਾਂਦਾ ਹੈ। ਸੋ ਲੱਲੇ ਪੈਰ ਬਿੰਦੀ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਲੱਲਾ ਅੱਖਰ ਬਣਾਵਾਂਗੇ, ਫਿਰ ਉਸ ਦੇ ਹੇਠਾਂ ਉਸ ਦੇ ਬਾਟਮ ਲੈਫਟ ਹੈਂਡ ਸਾਈਡ ਕੋਰਨਰ ਦੇ ਵਿੱਚ ਆਪਾਂ ਇੱਕ ਛੋਟੀ ਜਿਹੀ ਬਿੰਦੀ ਐਡ ਕਰ ਦੇਵਾਂਗੇ। ਸੋ start off with a straight horizontal line to make the letter lalla, and then right beneath this make a half circle shape that's attached to the line. Below that make a circular shape, but don't fully close it, leave it open from the bottom. Your last step is to add a small bindi or a small dot to the bottom left hand side corner of this shape। ਤੇ ਇਹ ਬਣ ਗਿਆ ਅੱਖਰ ਲੱਲੇ ਪੈਰ ਬਿੰਦੀ। ਸੋ ਇਹ ਸੀ ਪੰਜਾਬੀ 35 ਦੀ ਆਖਰੀ ਲਾਈਨ। ਜਾਣ ਤੋਂ ਪਹਿਲਾਂ ਮੈਂ ਇਹਨਾਂ 6 ਅੱਖਰਾਂ ਦਾ ਇੱਕ ਵਾਰੀ ਕੁਇਕਲੀ ਓਵਰਵਿਊ ਦੇਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾ ਅੱਖਰ ਸੀ ਸੱਸੇ ਪੈਰ ਬਿੰਦੀ। ਸੱਸੇ ਪੈਰ ਬਿੰਦੀ ਦੀ ਸਾਊਂਡ ਹੁੰਦੀ ਹੈ ਸ਼ ਅਤੇ ਸੱਸੇ ਪੈਰ ਬਿੰਦੀ ਤੋਂ ਸ਼ੁਰੂ ਹੁੰਦਾ ਹੈ ਸ਼ੇਰ, ਸ਼ਹਿਦ ਅਤੇ ਸ਼ਲਗਮ। ਅਗਲਾ ਅੱਖਰ ਹੈ ਖੱਖੇ ਪੈਰ ਬਿੰਦੀ। ਖੱਖੇ ਪੈਰ ਬਿੰਦੀ ਦੀ ਸਾਊਂਡ ਹੁੰਦੀ ਹੈ ਖ ਅਤੇ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਖਰਗੋਸ਼, ਖਿਆਲ ਅਤੇ ਖਤਰਨਾਕ। ਅਗਲਾ ਅੱਖਰ ਹੈ ਗੱਗੇ ਪੈਰ ਬਿੰਦੀ। ਗੱਗੇ ਪੈਰ ਬਿੰਦੀ ਦੀ ਸਾਊਂਡ ਹੁੰਦੀ ਹੈ ਗ ਅਤੇ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਗਰੀਬ, ਗਲਤੀ ਅਤੇ ਗਜ਼ਲ। ਅਗਲਾ ਅੱਖਰ ਸੀ ਜੱਜੇ ਪੈਰ ਬਿੰਦੀ। ਇਸ ਅੱਖਰ ਦੀ ਸਾਊਂਡ ਹੁੰਦੀ ਹੈ ਜ਼, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ Z ਦੀ ਸਾਊਂਡ ਹੁੰਦੀ ਹੈ ਅਤੇ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਜ਼ਿੰਦਗੀ ਅਤੇ ਇਸ ਅੱਖਰ ਨੂੰ ਕਮੀਜ਼ ਅਤੇ ਨਜ਼ਰ ਸ਼ਬਦਾਂ ਦੇ ਵਿੱਚ ਵਰਤਿਆ ਜਾਂਦਾ ਹੈ। ਅਗਲਾ ਅੱਖਰ ਸੀ ਫੱਫੇ ਪੈਰ ਬਿੰਦੀ। ਉਸ ਦੀ ਸਾਊਂਡ ਹੁੰਦੀ ਹੈ ਫ ਤੇ ਫੱਫੇ ਪੈਰ ਬਿੰਦੀ ਤੋਂ ਸ਼ੁਰੂ ਹੁੰਦਾ ਹੈ ਫਰੀਦ ਅਤੇ ਇਸ ਅੱਖਰ ਨੂੰ ਤੂਫਾਨ ਅਤੇ ਅਫਰੀਕਾ ਸ਼ਬਦਾਂ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਲਾਈਨ ਦਾ ਆਖਰੀ ਅੱਖਰ ਸੀ ਲੱਲੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਅੱਖਰ ਬਾਲ ਸ਼ਬਦ ਦੇ ਵਿੱਚ ਵਰਤਿਆ ਜਾਂਦਾ ਹੈ, which means to burn, ਜਾਂ ਗਲ, which means to decompose। ਸੋ ਇਹ ਸੀ ਸਾਡੀ ਅੱਜ ਦੀ ਕਲਾਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਸੁਖਮਨੀ ਕੌਰ ਸੰਧੂ ਹੈ। ਮੇਰਾ ਨਾਮ ਅਰਮਾਨ ਸਿੰਘ ਸੰਧੂ ਹੈ। ਅੱਜ ਅਸੀਂ ਇੱਕ ਕਵਿਤਾ ਸੁਣਾਉਣੀ ਹੈ ਜਿਸ ਦਾ ਨਾਮ ਹੈ ਮਾਣੋ ਬਿੱਲੀ ਮਾਣੋ ਬਿੱਲੀ। ਮਾਣੋ ਬਿੱਲੀ ਤੂੰ ਕਿੱਥੇ ਗਈ ਸੀ? ਮੈਂ ਲੰਡਨ ਦੇ ਵਿੱਚ ਰਾਣੀ ਦੇਖਣ ਗਈ ਸੀ। ਮਾਣੋ ਬਿੱਲੀ ਤੂੰ ਕੀ ਕਰ ਕਰਾਇਆ? ਮੈਂ ਰਾਣੀ ਦੀ ਕੁਰਸੀ ਦੇ ਥੱਲੇ ਇੱਕ ਚੂਹੇ ਨੂੰ ਡਰਾਇਆ। ਧੰਨਵਾਦ। ਸੋ ਮਹਿਕਪ੍ਰੀਤ ਜੀ, ਬੜੀਆਂ ਵਧੀਆ ਲੱਗੀਆਂ ਜਦੋਂ ਬੱਚੇ ਛੋਟੀਆਂ ਕਵਿਤਾਵਾਂ ਪੜ੍ਹਦੇ ਹੈਗੇ ਆ। ਕਿੰਨੇ ਪਿਆਰੇ ਲੱਗਦੇ ਆ ਪੰਜਾਬੀ ਬੋਲੀ ਦੇ ਵਿੱਚ ਮਾਣੋ ਬਿੱਲੀ ਕਰਦੇ। ਤੇ ਇੱਕ ਲੱਗਦਾ ਵੀ ਆ ਕਿ ਅਸੀਂ ਜੋ ਸੋਚ ਕੇ ਚੱਲੇ ਸੀ ਨਾ ਉਸ ਰਾਹ ਤੇ ਅਸੀਂ ਸਹੀ ਚੱਲ ਰਹੇ ਹੈਗੇ ਆ। ਬੜਾ ਲੰਬਾ ਰਾਹ ਆ ਹਲੇ ਸਾਡਾ ਜਾਣ ਵਾਲਾ। ਤੇ ਅੱਜ ਕੀ ਲੈ ਕੇ ਆਏ ਹੋ ਤੁਸੀਂ? ਅੱਜ ਕੋਈ ਬਾਤ ਪਾਓਗੇ
ਕੋਈ ਬਾਤ ਪਾਉਣੀ ਆ, ਕੋਈ ਟੰਗ ਟਵਿਸਟਰ ਆ ਜਾਂ ਕੁਝ ਹੋਰ ਦੱਸਣਾ ਹੈਗਾ ਤੁਸੀਂ? ਹਾਂਜੀ, ਸੋ ਹੁਣ ਆਪਾਂ ਪੰਜਾਬੀ 35 ਪੰਜਾਬੀ ਆਲਫਾਬੈਟ ਸਿੱਖ ਚੁੱਕੇ ਹਾਂ ਅਤੇ ਇਸ ਹਫਤੇ ਦਾ ਚੈਲੰਜ ਇਹ ਹੈ ਕਿ ਬੱਚਿਆਂ ਨੇ ਆਪਣੀ ਵੀਡੀਓ ਬਣਾ ਕੇ ਸਾਨੂੰ ਭੇਜਣੀ ਹੈ। ਵੀਡੀਓ ਦੇ ਵਿੱਚ ਉਹ ਪੰਜਾਬੀ 35 ਸਾਨੂੰ ਬੋਲ ਕੇ ਸੁਣਾਉਣ, ਪੂਰੀ ਪੰਜਾਬੀ 35, ਅਤੇ ਉਹ ਵੀਡੀਓਜ਼ ਅਸੀਂ ਅਗਲੇ ਹਫਤੇ ਐਪੀਸੋਡ ਦੇ ਵਿੱਚ ਸੋ ਦਿਖਾਵਾਂਗੇ। ਪੂਰਾ ਊੜਾ ਐੜਾ ਜਿਹੜਾ ਉਹ ਪੜ੍ਹ ਕੇ ਹਾਂਜੀ। ਬੋਲ ਕੇ ਤੇ ਉਹ ਸਾਨੂੰ ਵੀਡੀਓ ਬਣਾ ਕੇ ਹਾਂਜੀ। ਘੱਲਣਗੇ ਤੇ ਅਸੀਂ ਉਹ ਉਹਨਾਂ ਦੀਆਂ ਦੇਖਾਂਗੇ। ਜਿਹੜੇ ਵਿਨਰ ਹੋਣਗੇ ਤੇ ਉਹਨੂੰ ਅਸੀਂ ਕਿਆਦਾ ਦਿੱਤਾ ਜਾਊਗਾ। ਹਾਂਜੀ। ਸੋ ਬੜਾ ਵਧੀਆ ਲੱਗਦਾ ਆ ਕਿ ਜਿਹੜੀਆਂ ਸਾਨੂੰ ਵੀਡੀਓ ਆਈਆਂ ਸੀ, ਇਹ ਜਿੰਨੇ ਸਾਨੂੰ ਵੀਡੀਓ ਆਈਆਂ ਇਹ ਸਾਰੇ ਵਿਨਰ ਨਿਕਲੇ ਆ, ਹਾਂਜੀ। ਕਿਉਂਕਿ ਸਾਰਿਆਂ ਨੇ ਮਿਹਨਤ ਕੀਤੀ ਆ। ਸੋ ਅਸੀਂ ਜਿਹੜੇ ਗਿਫਟ ਰੱਖੇ ਹੈਗੇ ਆ ਬਹੁਤ ਛੋਟੇ ਛੋਟੇ ਰੱਖੇ ਆ, ਜਿਵੇਂ ਪੰਜਾਬੀ ਦਾ ਕਿਆਦਾ ਦੇਣਾ। ਸੋ ਜਿਵੇਂ ਜਿਵੇਂ ਇਹ ਕਲਾਸ ਅੱਗੇ ਵੱਧਦੀ ਜਾਊਗੀ ਤੇ ਅਸੀਂ ਹੌਲੀ ਹੌਲੀ ਕਹਾਣੀਆਂ ਦੀਆਂ ਕਿਤਾਬਾਂ ਹੋ ਗਈਆਂ ਹਾਂਜੀ। ਜਾਂ ਕੋਈ ਖੇਡਾਂ ਦੀਆਂ ਕਿਤਾਬਾਂ, ਜਾਨਵਰਾਂ ਦੇ ਨਾਵਾਂ ਦੀਆਂ ਕਿਤਾਬਾਂ ਹੋ ਗਈਆਂ, ਸੋ ਗੁਰਬਾਣੀ ਦੀਆਂ ਕਿਤਾਬਾਂ ਹੋ ਗਈਆਂ। ਸੋ ਇਦਾਂ ਦੀਆਂ ਚੀਜ਼ਾਂ ਦੇ ਕੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਕੁ ਮਹੀਨੇ ਬਾਅਦ ਜਾਂ 2-3 ਮਹੀਨਿਆਂ ਬਾਅਦ ਅਸੀਂ ਇੱਕ ਛੋਟਾ ਜਿਹਾ ਬੱਚਿਆਂ ਦਾ ਸੈਮੀਨਾਰ ਰੱਖਿਆ ਕਰਾਂਗੇ, ਕਿਉਂਕਿ ਹਾਲੇ ਕੋਵਿਡ ਕਰਕੇ ਸਾਨੂੰ ਬਹੁਤ ਹਾਂਜੀ। ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ। ਸੋ ਆਪਾਂ ਛੋਟਾ ਜਿਹਾ ਸੈਮੀਨਾਰ ਰੱਖਿਆ ਕਰਾਂਗੇ ਜਿਹਦੇ ਵਿੱਚ ਬੱਚਿਆਂ ਦਾ ਟੈਸਟ ਹੋਇਆ ਕਰੂਗਾ, ਉਹ ਆ ਕੇ ਗੇਮਸ ਲਾਈਵ ਸਾਡੇ ਨਾਲ ਪਲੇ ਕਰਿਆ ਕਰਨਗੇ। ਸੋ ਇਹਦਾ ਵੀ ਅਸੀਂ ਅਰੇਂਜ ਕਰ ਰਹੇ ਹੈਗੇ ਆ। ਸੋ ਕੀ ਮੈਸੇਜ ਹੋਊਗਾ ਤੁਹਾਡਾ ਪੇਰੈਂਟਸ ਨੂੰ ਤੇ ਬੱਚਿਆਂ ਨੂੰ? ਹਾਂਜੀ, ਸੋ ਪੇਰੈਂਟਸ ਨੂੰ ਬਸ ਇਹੀ ਮੈਸੇਜ ਆ ਕਿਉਂਕਿ ਅਸੀਂ ਇਸ ਸ਼ੋਅ ਦੇ ਲਈ ਬਹੁਤ ਹੀ ਐਕਸਾਈਟਿੰਗ ਚੀਜ਼ਾਂ ਪਲਾਨ ਕਰ ਰਹੇ ਹਾਂ। ਸੋ ਸਾਡੇ ਨਾਲ ਜੁੜੇ ਰਹੋ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਹੈਵ ਅ ਲੋਟ ਇਨ ਸਟੋਰ ਫॉर ਯੂ। ਜੀ, ਥੈਂਕ ਯੂ ਵੈਰੀ ਮੱਚ ਮਹਿਕਪ੍ਰੀਤ। ਬਹੁਤ ਪ੍ਰਾਊਡ ਫੀਲ ਹੁੰਦਾ ਹੈ ਬੱਚੇ ਜਦੋਂ ਤੁਸੀਂ ਇੰਨੇ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਤੇ ਬੜੀ ਫੀਡਬੈਕ ਵਧੀਆ ਆਉਂਦੀ ਹੈ। ਸੋ ਅਗਲੀ ਵਾਰ ਫਿਰ ਮਿਲਦੇ ਹਾਂ। ਖਿਆਲ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਫਰਜ਼ ਕਹਿੰਦੇ ਹਰ ਕੋਈ ਆਪਣਾ ਇਸ ਦੁਨੀਆ ਦੇ ਉੱਤੇ ਨਿਭਾਉਂਦਾ ਹੈਗਾ ਆ, ਜਿੰਨਾ ਕਰ ਸਕਦਾ ਕਮਿਊਨਿਟੀ ਦੀ ਸੇਵਾ ਦੇ ਲਈ, ਆਪਣੀ ਮਾਂ ਬੋਲੀ ਦੀ ਸੇਵਾ ਲਈ, ਧਰਮ ਦੀ ਸੇਵਾ ਲਈ, ਸੱਭਿਆਚਾਰ ਦੇ ਲਈ ਹਰ ਕੋਈ ਆਪਣਾ ਯੋਗਦਾਨ ਪਾਉਂਦਾ ਆ। ਸੋ ਮਹਿਕਪ੍ਰੀਤ ਕੌਰ ਧਾਲੀਵਾਲ ਦੇ ਮਾਪਿਆਂ ਨੂੰ ਵਧਾਈ ਹੈ ਜਿਨ੍ਹਾਂ ਨੇ ਬੱਚੀ ਨੂੰ ਇੰਨੀ ਵਧੀਆ ਤਾਲੀਮ ਦਿੱਤੀ ਹੈ ਤੇ ਇਸ ਤਾਲੀਮ ਦਾ ਬੱਚੀ ਇਸਤੇਮਾਲ ਕਰਦੀ ਆ। ਆਪਣੀ ਹਮ ਉਮਰ ਛੋਟੇ ਬੱਚੇ ਤੇ ਬਹੁਤੇ ਵੱਡੇ ਵੀ ਜਿਹੜੇ ਇੱਥੇ ਦੇ ਬੋਰਨ ਆ ਉਹ ਵੀ ਬਹੁਤ ਕੁਝ ਸਿੱਖ ਰਹੇ ਹੈਗੇ ਆ। ਵਧੀਆ ਫੀਡਬੈਕ ਆਉਂਦੀ ਆ। ਤੁਹਾਡਾ ਆਪਣਾ ਸਾਂਝਾ ਟੀਵੀ ਆ ਤੇ ਤੁਹਾਡੀ ਸਾਰਿਆਂ ਦੀ, ਸਾਡੀ ਸਾਰਿਆਂ ਦੀ ਮਾਂ ਬੋਲੀ ਪੰਜਾਬੀ ਬੋਲੀ ਆ, ਇਹਨੂੰ ਅਸੀਂ ਹੀ ਵਾਧਾ ਫੁੱਲਦਾ ਕਰਨਾ ਆ। ਸੋ ਆਓ ਮਾਂ ਬੋਲੀ ਪੰਜਾਬੀ ਸਿੱਖੀਏ ਨੂੰ ਅੱਗੇ ਤੱਕ ਲੈ ਕੇ ਚੱਲੀਏ। ਅਗਲੀ ਵਾਰ ਫੇਰ ਗੱਲਬਾਤ ਹੋਵੇਗੀ। ਤੁਸੀਂ ਰੱਖਿਓ ਖਿਆਲ। ਦੇਖ ਰਹੇ ਸਾਰੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।